ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦੇ ਮਸਲਿਆਂ ਨੂੰ ਜਿੱਥੇ ਵਿਚਾਰੇ ਜਾਣੇ ਆ ਉੱਥੇ ਗੱਲ ਕੀਤੀ ਜਾਣੀ ਆ। ਉੱਥੇ ਅਸਲ ਗੱਲ ਆ ਜਿਹੜੀ ਲੋਕਾਂ ਦੀ ਹੋ ਨਹੀਂ ਰਹੀ। ਦੂਜੇ ਪਾਸੇ ਨਾਲ ਇੱਕ ਸੰਸਦ ਆ ਜਿਹੜੀ ਕਿਸਾਨੀ ਸੰਸਦ ਆ ਉਹ ਚੱਲ ਰਹੀ ਆ। ਤੁਸੀਂ ਇਹਨਾਂ ਦੋਵਾਂ ਨੂੰ ਕਿਵੇਂ ਦੇਖਦੇ ਹੋ? ਸੰਸਦ ਦੇ ਵਿੱਚ ਜਦੋਂ ਲੋਕਾਂ ਦੀ ਗੱਲ ਨਾ ਹੋਵੇ, ਜਦੋਂ ਲੋਕ ਮਸਲਿਆਂ ਨੂੰ ਸੰਸਦ ਇੱਕ ਪਾਛੜ ਤੌਰ 'ਤੇ ਕੁਝ ਪੂੰਜੀਪਤੀ ਲੋਕਾਂ ਦੇ ਲਈ ਕੰਮ ਕਰਨ ਲੱਗ ਜਾਵੇ, ਕੋਈ ਸੰਸਦ ਜਾਂ ਕੋਈ ਵਿਧਾਨ ਸਭਾ ਜਾਂ ਕੋਈ ਕਾਨੂੰਨ ਘਾੜਨੀ ਕੋਈ ਵੀ ਜਿਹੜੀ ਗੌਰਮੈਂਟ ਆ, ਤਾਂ ਇਹ ਮਸਲੇ ਖੜੇ ਹੁੰਦੇ ਆ। ਸਾਰੇ ਕਹਿ ਰਹੇ ਨੇ ਇਹ ਕਾਨੂੰਨ ਆ ਜਿਹੜੇ ਕਿਸਾਨ ਵਿਰੋਧੀ ਨੇ, ਪਰ ਇਕੱਲੇ ਜਿਹੜੇ ਬੀਜੇਪੀ ਦੇ ਆਗੂ ਨੇ ਜਾਂ ਸਰਕਾਰ ਨਾਲ ਜੁੜੀਆਂ ਧਿਰਾਂ ਦੇ ਜਿਹੜੇ ਆਗੂ ਨੇ ਉਹਨਾਂ ਇਕੱਲਿਆਂ ਨੂੰ ਇਹ ਲੱਗ ਰਿਹਾ ਕਿ ਜਿਹੜੇ ਕਾਨੂੰਨ ਆ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਐਡੀ ਕੀ ਗੱਲ ਹੈ ਕਿ ਸਰਕਾਰ ਇਹ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ? ਕਿਉਂ ਕਾਰਪੋਰੇਟ ਜਿਹੜੇ ਲੋਕ ਨੇ, ਕਾਰਪੋਰੇਟ ਪੱਖੀ ਲੋਕ ਨੇ, ਉਹਦੇ ਹੱਕ ਵਿੱਚ ਕਿਉਂ ਇਹ ਜਿਹੜੀ ਬੀਜੇਪੀ ਦੀ ਸਰਕਾਰ ਭੁਗਤ ਜਾ ਰਹੀ ਹੈ? ਤੁਸੀਂ ਕਿਵੇਂ ਦੇਖਦੇ ਨੇ ਇਹਨਾਂ ਨੂੰ? ਦੇਖੋ, ਇਹਦੇ 'ਚ ਦੋ ਗੱਲਾਂ ਨੇ। ਬੀਜੇਪੀ ਦੀ ਜਿਹੜੀ ਸਰਕਾਰ ਚੁਣੀ ਗਈ ਹੈ ਨਾ, ਉਹ ਮੁੱਦੇ ਜਿਹੜੇ ਰੱਖੇ ਸੀ, ਮੁੱਦੇ ਕੀ ਸੀਗੇ ਕਿ ਚੰਗੇ ਦਿਨ ਆਉਣਗੇ। ਇੱਥੇ ਵਿਦੇਸ਼ ਮੰਤਰੀ ਆ ਰਹੇ ਨੇ, ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਲੋਕਾਂ ਦੀ ਆਵਾਜ਼ ਸੁਣੋ। ਫਿਰ ਇਹ ਆਖਰ ਇਹ ਕਿਆ ਕਾਰਨ ਨੇ ਕਿ ਸਾਡੀ ਜਿਹੜੀ ਚੁਣੀ ਹੋਈ ਸਰਕਾਰ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਜਾਂ ਇਹਨਾਂ ਦੇ ਹੋਰ ਨੁਮਾਇੰਦੇ ਨੇ ਜਿਹੜੇ, ਉਹ ਕਿਉਂ ਨਹੀਂ ਸਾਡੀ ਗੱਲ ਸੁਣ ਰਹੇ? ਹਾਂ, ਇਹਦਾ ਕਾਰਨ ਹੈ ਜੀ, ਦੇਖੋ ਗੱਲ ਇਹ ਆ ਕਿ ਜਿਹੜਾ ਬੀਜੇਪੀ ਦੀ RSS ਦੀ ਇਹ ਗਵਰਨਮੈਂਟ ਆ, ਇਹ ਹਿੰਦੂਵਾਦੀ ਫਾਸ਼ੀਵਾਦੀ ਹੈ, ਇਹ ਫਾਸ਼ੀਵਾਦੀ ਗਵਰਨਮੈਂਟ ਹੈ ਜੀ। ਇਹਨਾਂ ਨੇ ਆਉਂਦਿਆਂ ਹੀ ਲੋਕਾਂ ਦੇ ਖਿਲਾਫ ਕਾਲੇ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ 2020 ਦੇ ਵਿੱਚ, ਜਦੋਂ ਇਹ ਦੁਬਾਰਾ ਜਿੱਤੇ ਆ ਜੀ 2019 ਦੇ ਵਿੱਚ, ਤੇ ਉਹਨਾਂ ਦੇ ਲਈ ਲੋਕ ਜੂਝ ਰਹੇ ਆ। ਹੁਣ ਜਿਹੜੀ ਗੱਲ ਹੈਗੀ ਆ ਵੀ ਇਹ ਮਤਲਬ ਇਹ ਲੋਕਾਂ ਦੇ ਖੜੇ ਹੋਣ ਦੀ, ਲੋਕਾਂ ਦੇ ਇਕੱਤਰ ਹੋਣ ਦੀ, ਲੋਕਾਂ ਦੇ ਵਿੱਚ ਆਕਰੋਸ਼ ਦੀ, ਗੁੱਸੇ ਦੀ ਗੱਲ ਆ। ਉਹਦੇ ਵਿੱਚੋਂ ਇੱਕ ਕਿਸਾਨੀ ਮੂਵਮੈਂਟ ਆ। ਮਜ਼ਦੂਰਾਂ ਦੇ ਖਿਲਾਫ 4 ਕੋਡ ਬਿੱਲ ਪਾਸ ਕਰਦੇ, ਜਿਹੜੇ 46 ਕਾਨੂੰਨ ਬਣੇ ਹੋਏ ਤੇ 1945 ਦੇ ਵਿੱਚ ਬਣਾਏ ਆ। ਇਹ ਮਹਿੰਗਾਈ ਉਹ ਨਹੀਂ ਕਿਸੇ ਕਾਬੂ 'ਚ ਆ ਰਹੀ। ਹੁਣ ਗੱਲ ਇਹ ਆ ਵੀ ਇਹਨੂੰ ਜਿਹੜੀ ਵਿਰੋਧੀ ਧਿਰ ਆ ਉਹ ਕਿਵੇਂ ਯੂਜ਼ ਕਰ ਦਿੰਦੀ ਹੈ। ਛਿੱਬਰ ਸਾਹਿਬ, ਇਹ ਗੱਲ ਹੈਗੀ ਆ। ਪੰਜਾਬ ਸਟਾਰ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜੈ ਸਿੰਘ ਛਿੱਬਰ। ਪ੍ਰੋਗਰਾਮ ਸਪੈਸ਼ਲ ਰਿਪੋਰਟ ਵਿੱਚ ਅੱਜ ਵੱਖ-ਵੱਖ ਪੱਖ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਸੀਨੀਅਰ ਪੱਤਰਕਾਰ ਹਰਨਾਮ ਸਿੰਘ ਡੱਲਾ ਮੌਜੂਦ ਨੇ। ਪੰਜਾਬ ਦੀ ਰਾਜਧਾਨੀ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਕਈ ਮੁੱਦੇ ਨੇ ਜੋ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਨੇ। ਸਭ ਤੋਂ ਵੱਡਾ ਮੁੱਦਾ ਜੋ ਦੇਸ਼ ਵਾਸੀਆਂ ਨਾਲ ਜੁੜਿਆ ਹੋਇਆ ਉਹ ਹੈਗਾ ਦੇਸ਼ ਦੀ ਸੰਸਦ ਚੱਲ ਨਹੀਂ ਰਹੀ। ਕਈ ਮਸਲੇ ਅਜਿਹੇ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੀ ਵਿਰੋਧੀ ਧਿਰਾਂ ਉਹ ਭਾਰਤ ਸਰਕਾਰ 'ਤੇ ਦਬਾਅ ਪਾਉਣਾ ਚਾਹੁੰਦੀਆਂ ਨੇ ਅਤੇ ਆਪਣੀ ਗੱਲ ਦੱਸਣਾ ਚਾਹੁੰਦੀਆਂ ਨੇ। ਜਾਸੂਸੀ ਹੋ ਰਹੀ ਹੈ ਮੰਤਰੀਆਂ ਦੀ, ਪੱਤਰਕਾਰਾਂ ਦੀ, ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਦੀ। ਜਿਹੜਾ ਪੈਗੈਕਸ ਦਾ ਮੁੱਦਾ ਹੈ, ਇਸ ਤੋਂ ਇਲਾਵਾ ਕਿਸਾਨੀ ਮਸਲੇ ਆ, ਉਹਨਾਂ ਦਾ ਵੀ ਇੱਕ ਮੁੱਦਾ ਹੈ ਜਿਨ੍ਹਾਂ ਪਰ ਵਿਰੋਧੀ ਧਿਰ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਆਪਣੀ ਗੱਲ ਰੱਖਣਾ ਚਾਹੁੰਦੇ ਨੇ, ਪਰ ਸਰਕਾਰ ਆਪਣੀ ਮੰਗ ਪਰ ਆਪਣੇ ਅੜੀਅਲ ਰਵੱਈਏ ਦੇ ਕਾਰਨ ਫਿਰ ਚਰਚਾ ਦੇ ਵਿੱਚ ਨੇ। ਦੂਜੇ ਪਾਸੇ ਸੰਸਦ ਤੋਂ ਬਾਹਰ ਇੱਕ ਹੋਰ ਸੰਸਦ ਆ ਜਿਹੜੀ ਉਹ ਚੱਲ ਰਹੀ ਆ, ਜਿਹੜੀ ਸੰਸਦ ਪੰਜਾਬ ਦੇ, ਦੇਸ਼ ਦੇ ਕਿਸਾਨਾਂ ਵੱਲੋਂ ਚਲਾਈ ਜਾ ਰਹੀ ਆ। ਇਹਨਾਂ ਸਾਰੇ ਮੁੱਦਿਆਂ ਤੋਂ ਆਪਾਂ ਚਰਚਾ ਕਰਾਂਗੇ ਸਰਦਾਰ ਹਰਨਾਮ ਸਿੰਘ ਡੱਲਾ ਹੋਰਾਂ ਨਾਲ। ਡੱਲਾ ਸਾਹਿਬ, ਤੁਸੀਂ ਜਿਹੜੀ ਸਭ ਤੋਂ ਆਪਾਂ ਭਖਦਾ ਮਸਲਾ ਜਿਹੜੀ ਸੰਸਦ ਇੱਕ ਠੱਪ ਪਈ ਹੈ, ਜਿਹੜੀ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦੇ ਮਸਲਿਆਂ ਨੂੰ ਜਿੱਥੇ ਵਿਚਾਰੇ ਜਾਣੇ ਆ ਉੱਥੇ ਗੱਲ ਕੀਤੀ ਜਾਣੀ ਆ। ਉੱਥੇ ਅਸਲ ਗੱਲ ਆ ਜਿਹੜੀ ਲੋਕਾਂ ਦੀ ਹੋ ਨਹੀਂ ਰਹੀ। ਦੂਜੇ ਪਾਸੇ ਨਾਲ ਇੱਕ ਸੰਸਦ ਆ ਜਿਹੜੀ ਕਿਸਾਨੀ ਸੰਸਦ ਆ ਉਹ ਚੱਲ ਰਹੀ ਆ। ਤੁਸੀਂ ਇਹਨਾਂ ਦੋਵਾਂ ਨੂੰ ਕਿਵੇਂ ਦੇਖਦੇ ਹੋ? ਧੰਨਵਾਦ ਜੀ ਛਿੱਬਰ ਸਾਹਿਬ। ਦੇਖੋ, ਸੰਸਦ ਦੇ ਵਿੱਚ ਜਦੋਂ ਲੋਕਾਂ ਦੀ ਗੱਲ ਨਾ ਹੋਵੇ, ਜਦੋਂ ਲੋਕ ਮਸਲਿਆਂ ਨੂੰ ਸੰਸਦ ਇੱਕ ਪਾਛੜ ਤੌਰ 'ਤੇ ਕੁਝ ਪੂੰਜੀਪਤੀ ਲੋਕਾਂ ਦੇ ਲਈ ਕੰਮ ਕਰਨ ਲੱਗ ਜਾਵੇ, ਕੋਈ ਸੰਸਦ ਜਾਂ ਕੋਈ ਵਿਧਾਨ ਸਭਾ ਜਾਂ ਕੋਈ ਕਾਨੂੰਨ ਘਾੜਨੀ ਕੋਈ ਵੀ ਜਿਹੜੀ ਗਵਰਨਮੈਂਟ ਆ, ਤਾਂ ਇਹ ਮਸਲੇ ਖੜੇ ਹੁੰਦੇ ਆ। ਕਿਸਾਨ ਲਗਾਤਾਰ ਲਗਭਗ 10 ਮਹੀਨੇ ਤੋਂ ਸੜਕਾਂ 'ਤੇ ਆ, ਔਰ ਉਹ ਬੜੀ
ਦਲੀਲ ਦੇ ਨਾਲ ਇਹ ਗੱਲ ਰੱਖ ਰਹੇ ਆ ਕਿ ਜਿਹੜੇ ਇਹ 3 ਕਾਨੂੰਨ ਖੇਤੀਬਾੜੀ ਦੇ ਤੁਸੀਂ ਪਾਸ ਕਰੇ ਨੇ, ਅਸੀਂ ਇਹਨਾਂ ਨੂੰ ਕਾਲੇ ਕਾਨੂੰਨ ਮੰਨਦੇ ਆ। ਇਹ ਸਾਰੇ ਕਾਨੂੰਨ ਆ ਜਿਹੜੇ ਕਾਰਪੋਰੇਟਾਂ ਦੇ ਹੱਕ 'ਚ ਭੁਗਤਦੇ ਆ। ਪਹਿਲਾਂ ਦੇਖੋ ਕਿੱਡਾ ਵੱਡਾ ਨੁਕਸਾਨ ਹੋਇਆ ਕਿ ਕਿਸਾਨੀ ਦਾ ਵੀ ਤੇ ਸਰਕਾਰ ਦਾ ਵੀ। ਕਿਸਾਨੀ ਦਾ ਵੀ ਨਾਲ ਹੀ ਨੁਕਸਾਨ ਹੋ ਰਿਹਾ ਕਿਉਂਕਿ ਕਿਸਾਨੀ ਨੂੰ ਕੋਈ ਫੰਡ ਨਹੀਂ ਮਿਲ ਰਿਹਾ। ਉਹ ਆਪਣੇ ਘਰ ਛੱਡ ਕੇ ਬੈਠੇ ਨੇ। ਉਹ ਪਹਿਲਾਂ ਸੜਕਾਂ 'ਤੇ ਬੈਠੇ ਰਹੇ, ਉਹਨਾਂ ਨੇ ਧਰਨੇ ਦਿੱਤੇ ਬਕਾਇਦਾ, ਰੇਲ ਗੱਡੀਆਂ ਦੇ ਅੱਗੇ ਰੇਲਵੇ ਲਾਈਨਾਂ ਦੇ ਧਰਨੇ ਦਿੱਤੇ। ਅਤੇ ਉਸ ਤੋਂ ਬਾਅਦ ਉਹਨਾਂ ਨੇ 26 ਨਵੰਬਰ 2020 ਨੂੰ ਕੂਚ ਕੀਤਾ ਦਿੱਲੀ ਲਈ। ਹੁਣ ਦਿੱਲੀ ਕੂਚ ਕਰਨ ਦੇ ਲਈ ਇਹਨਾਂ ਨੇ ਪੂਰੀਆਂ ਰੋਕਾਂ ਲਾਈਆਂ ਸਿਰਫ ਇਸ ਕਰਕੇ ਕਿ ਉਹ ਕੋਈ ਗੱਲ ਨਾ ਰੱਖਣ। ਇੱਥੇ ਗੱਲ ਉਹਨਾਂ ਦੀ ਉਦੋਂ ਹੀ ਚਲੇਗੀ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਇਹ ਮੋਹਰੀ ਰੋਲ ਅਦਾ ਕੀਤਾ ਸੀ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਕਿਸਾਨਾਂ ਦੇ ਹਿੱਤ 'ਚ ਨਹੀਂ ਹੈਗੇ। ਉਹ ਚਾਹੇ ਕੋਮੋਡਿਟੀ ਦਾ ਹੈਗਾ, ਚਾਹੇ ਜਿਹੜੇ ਦੂਜੇ 2-3 ਕਾਨੂੰਨ ਹੈਗੇ, ਚਾਹੇ ਬਿਜਲੀ ਬਿੱਲਾਂ ਦਾ, ਬਿਜਲੀ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਦਾ ਹੈਗਾ, ਜਿਹੜਾ ਮੰਡੀ ਨੂੰ ਤੋੜਦਾ ਹੈ। ਬਿਲਕੁਲ ਇਹ ਸਾਰੇ ਜਿਹੜੇ ਮਸਲੇ ਨੇ ਕਿਸਾਨ ਦੇ ਸਮਝ 'ਚ ਬੜੀ ਛੇਤੀ ਪੈ ਗਏ ਅਤੇ ਉਹ ਉਹਦੇ ਲਈ ਲੜਦੇ ਸੀਗੇ। ਅਤੇ ਜਦੋਂ ਸਰਕਾਰ ਨੇ ਨਾ ਸੁਣੀ ਤਾਂ ਉਸ ਤੋਂ ਬਾਅਦ ਕਿਸਾਨਾਂ ਦੀ ਆਵਾਜ਼ ਜਿਹੜੀ ਇਸ ਹੱਦ ਤੱਕ ਬੁਲੰਦ ਹੋ ਗਈ ਜਿਹੜੀ ਦੁਨੀਆ ਭਰ ਦੇ ਵਿੱਚ ਜਿਹਨੂੰ ਸੁਣਿਆ ਗਿਆ। ਅਤੇ ਜਦੋਂ ਉਹ ਨਾ ਸੁਣੀ ਗਈ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੂਚ ਕੀਤਾ ਦਿੱਲੀ ਨੂੰ ਕੂਚ ਕਰਨ ਦੇ ਲਈ ਇਹਨਾਂ ਨੇ ਦੇਖੋ ਇਹਨਾਂ ਦੇ ਰਸਤਿਆਂ ਦੇ ਵਿੱਚ ਕਿੰਨੀਆਂ ਰੋਕਾਂ ਆਈਆਂ ਜਿਹੜੀਆਂ ਨੂੰ ਪਾਰ ਕਰਦੇ ਗਏ। ਅਤੇ ਹੁਣ ਕੀ ਹੋਇਆ ਇਹ ਕਿ ਉੱਥੇ ਬੈਠਣ ਤੋਂ ਬਾਅਦ ਕਿਸਾਨਾਂ ਨੇ ਫੇਰ ਕਿਹਾ ਸਰਕਾਰ ਨੂੰ, ਬਕਾਇਦਾ 11-12 ਜਿਹੜੀਆਂ ਮੀਟਿੰਗਸ ਹੋਈਆਂ ਨੇ ਐਗਰੀਕਲਚਰ ਮੰਤਰੀ ਦੇ ਨਾਲ, ਸਰਕਾਰ ਦੇ ਨਾਲ ਹੋਈਆਂ ਨੇ, ਅਤੇ ਉਹਨਾਂ ਦੇ ਵਿੱਚ ਬੇਸਿੱਟਾਂ ਨਿਕਲਦੀਆਂ ਰਹੀਆਂ ਸਾਰੀਆਂ ਜਿਹੜੀਆਂ ਮੀਟਿੰਗਸ ਸੀਗੀਆਂ। ਜਦੋਂ ਕਿ ਬਾਦਲੀਲ ਗੱਲ ਕਰਕੇ ਕਿਸਾਨ ਸੀਗੇ ਜਿਹੜੇ ਉਹ ਮਨਾਉਂਦੇ ਰਹੇ ਆ ਕਿ ਜਿਹੜੇ ਤੁਹਾਡੇ ਕਾਨੂੰਨ ਆ ਇਹਦੀਆਂ ਆਹ ਮੱਦ ਵੀ ਮਾੜੀ ਆ, ਆਹ ਵੀ ਮਾੜੀ, ਆਹ ਵੀ ਕਿਸਾਨਾਂ ਦੇ ਹੱਕ 'ਚ ਨਹੀਂ ਜਾਂਦੀ, ਆਹ ਕਾਰਪੋਰੇਟਾਂ ਦੇ ਹੱਕ 'ਚ ਇੱਦਾਂ ਜਾਂਦੀ ਆ। ਬੜੀਆਂ ਬਾਦਲੀਲ ਗੱਲਾਂ ਕਰੀਆਂ। ਡੱਲਾ ਸਾਹਿਬ, ਕਿਸਾਨ ਕਹਿ ਰਹੇ ਆ ਕਿ ਇਹ ਕਾਨੂੰਨ ਸਾਡੇ ਵਾਸਤੇ ਮਾੜੇ ਨੇ। ਕਈ ਸੂਬਿਆਂ ਦੇ ਕਿਹਾ, ਇੱਥੋਂ ਤੱਕ ਕਿ ਜਿਹੜੇ ਸੁਪਰੀਮ ਕੋਰਟ ਦੇ ਕਈ ਸਾਬਕਾ ਜਸਟਿਸ ਨੇ, ਸਾਬਕਾ ਜੱਜ ਨੇ, ਉਹ ਵੀ ਕਹਿ ਸਕਦੇ ਆ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ। ਜਿਹੜੇ ਸਾਬਕਾ ਬਿਊਰੋਕਰੇਟ ਨੇ ਉਹ ਕਹਿ ਰਹੇ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ। ਸਾਰੇ ਕਹਿ ਰਹੇ ਨੇ ਇਹ ਕਾਨੂੰਨ ਆ ਜਿਹੜੇ ਕਿਸਾਨ ਵਿਰੋਧੀ ਨੇ। ਪਰ ਇਕੱਲੇ ਜਿਹੜੇ BJP ਦੇ ਆਗੂ ਨੇ ਜਾਂ ਸਰਕਾਰ ਨਾਲ ਜੁੜੀਆਂ ਧਿਰਾਂ ਦੇ ਜਿਹੜੇ ਆਗੂ ਨੇ ਉਹਨਾਂ ਇਕੱਲਿਆਂ ਨੂੰ ਇਹ ਲੱਗ ਰਿਹਾ ਕਿ ਜਿਹੜੇ ਕਾਨੂੰਨ ਆ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਐਡੀ ਕੀ ਗੱਲ ਹੈ ਕਿ ਸਰਕਾਰ ਇਹ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ? ਕਿਉਂ ਕਾਰਪੋਰੇਟ ਜਿਹੜੇ ਲੋਕ ਨੇ, ਕਾਰਪੋਰੇਟ ਪੱਖੀ ਲੋਕ ਨੇ, ਉਹਦੇ ਹੱਕ ਵਿੱਚ ਕਿਉਂ ਇਹ ਜਿਹੜੀ BJP ਦੀ ਸਰਕਾਰ ਭੁਗਤ ਜਾ ਰਹੀ ਹੈ? ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੂੰ? ਦੇਖੋ, ਇਹਦੇ 'ਚ ਦੋ ਗੱਲਾਂ ਨੇ। BJP ਦੀ ਜਿਹੜੀ ਸਰਕਾਰ ਚੁਣੀ ਗਈ ਹੈ ਨਾ, ਉਹ ਮੁੱਦੇ ਜਿਹੜੇ ਰੱਖੇ ਸੀ, ਮੁੱਦੇ ਕੀ ਸੀਗੇ ਕਿ ਚੰਗੇ ਦਿਨ ਆਉਣਗੇ। ਬਿਲਕੁਲ, ਚੰਗੇ ਦਿਨਾਂ ਦੇ ਵਿੱਚ ਉਹ ਕੀ ਕਹਿੰਦੇ ਸੀਗੇ? 2 ਕਰੋੜ ਨੌਕਰੀਆਂ ਦੇਵਾਂਗੇ ਹਰ ਸਾਲ ਦੇਵਾਂਗੇ ਵੀ 10 ਕਰੋੜ ਨੌਕਰੀਆਂ ਦੇਣੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਦੀ, ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅਸੀਂ। 15-15 ਲੱਖ ਰੁਪਇਆ ਅਸੀਂ ਹਰੇਕ ਘਰ 'ਚ ਖਾਤੇ ਜਾਏਗਾ ਸੀ, ਸਵਿਸ ਬੈਂਕ ਨੂੰ ਸਾਰਾ ਕੁਝ। ਸਾਰੇ ਆਉਂਗੇ ਕਾਲੇ ਧਨ ਜਿਹੜੇ ਹੈਗੇ ਵਾਪਸ ਲਿਆਉਂਗੇ ਤੇ ਜੇਲ੍ਹਾਂ ਦੇ ਵਿੱਚ ਵੀ ਭੇਜਾਂਗੇ। ਉਹ ਸਾਰੇ ਜਿਹੜੇ 2000 ਵਾਲੇ ਵਾਅਦੇ ਆ ਨਾ, ਉਹ ਸਾਰੇ ਦਿਖ ਰਹੇ ਨੇ ਕਿ 2014 ਦੇ ਵਿੱਚ ਕਿਵੇਂ ਮੋਦੀ ਸਾਹਿਬ ਜਾਂ ਪੂਰੀ ਲੀਡਰਸ਼ਿਪ ਦੱਸ ਰਹੀ ਸੀ ਦਿਨ ਚੰਗੇ ਹੈ ਜਾਂ ਨਹੀਂ। ਮਹਿੰਗਾਈ ਸਿਲੰਡਰ 200-300 ਦਾ ਚਾਹੀਦਾ ਹੈ ਕਿ ਨਹੀਂ ਚਾਹੀਦਾ। ਮੂਹਰੇ ਬਹੁਤ ਉਹਨਾਂ ਦੇ ਉੱਲਰ ਕੇ ਲੋਕ ਕਹਿ ਰਹੇ ਸੀਗੇ ਕਿ ਸਾਨੂੰ ਚੰਗੇ ਦਿਨ ਚਾਹੀਦੇ ਆ। ਪਰ ਅੱਜ ਮਹਿੰਗਾਈ ਕਰਕੇ ਵੀ ਲੋਕ ਸੜਕਾਂ ਪਰ ਆ, ਕਿਸਾਨ ਸੜਕਾਂ ਪਰ ਆ, ਮਜ਼ਦੂਰ ਸੜਕਾਂ ਪਰ ਆ, ਸਾਰਾ ਸਮੁੱਚੇ ਜਿਹੜੇ ਵਰਗ ਆ ਸਰਕਾਰ ਦੇ ਸੜਕਾਂ ਪਰ ਆ ਰਿਹਾ। ਪਰ ਕਿਤੇ ਨਾ ਕਿਤੇ ਹੁਣ ਇਸ ਮਸਲੇ ਦਾ ਤੁਹਾਨੂੰ ਕਿਵੇਂ ਲੱਗਦਾ ਕਿ ਕਿਸਾਨੀ ਮਸਲੇ ਦਾ ਹੱਲ ਕਿਵੇਂ ਹੋਊਗਾ? ਹਾਂ, ਮੈਂ ਜਿਹੜੀ ਉੱਥੇ ਹੀ ਆਉਣਾ ਚਾਹੁੰਦਾ ਵੀ ਇਹ ਜਿਹੜੇ ਸਾਰੇ ਮੁੱਦੇ ਤੁਸੀਂ ਕਰੇ ਨੇ ਇਹਨਾਂ ਦੇ ਆਧਾਰਿਤ ਜਿਹੜੀ BJP ਸੀ ਉਹ 2014 ਵਿੱਚ ਸੱਤਾ ਦੇ ਵਿੱਚ ਆਈ ਸੀ। ਪਰ ਇਹਦੇ ਉਲਟ ਹੋਇਆ ਕਿ CCA, NLC ਐਰਾ ਵਗੈਰਾ ਜਿੰਨੇ ਵੀ ਇਹਨਾਂ ਨੇ ਮਤਲਬ ਕਾਨੂੰਨ ਬਣਾਏ ਉਹ ਸਾਰੇ ਪੀਪਲਸ ਐਂਟੀ ਬਣੇ, ਲੋਕ ਵਿਰੋਧੀ ਬਣੇ। ਉਹਦੇ ਵਿੱਚ ਕੀ ਸੀਗਾ ਤੇ ਉਹ ਮੂਵਮੈਂਟ ਲੜੀ ਗਈ ਜਿਹੜੀ CCA NLC ਦੀ। ਉਹ ਕਿਹਨਾਂ ਦੇ ਖਿਲਾਫ ਸੀਗੀ? ਉਹ ਭਾਵੇਂ ਜਨ ਸਧਾਰਨ ਦਾ ਜਿਹੜਾ ਸ਼ਡਿਊਲਡ ਕਾਸਟ ਆ ਉਹਦੇ ਵੀ ਖਿਲਾਫ ਸੀਗੀ। ਓਕੇ, ਉਹ ਆਦੀਵਾਸੀ ਦੇ ਵੀ ਖਿਲਾਫ ਸੀਗੀ। ਉਹ
ਮੁਸਲਮਾਨਾਂ ਦੇ ਸਿੱਧੀ ਖਿਲਾਫ ਜਾਂਦੀ ਸੀ, ਮੁਸਲਿਮ ਕਮਿਊਨਿਟੀ ਦੇ ਉਹ ਸਿੱਧੀ ਖਿਲਾਫ ਜਾਂਦੀ ਸੀ। ਹੁਣ ਇਹਨਾਂ ਨੇ ਜਿਹੜੇ ਕੰਮ ਗਣਾਏ ਤੇ ਪਹਿਲਾਂ ਵੀ ਅਸੀਂ 2 ਕਰੋੜ ਹਰ ਸਾਲ ਨੌਕਰੀ ਪੈਦਾ ਕਰਾਂਗੇ, ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮਤਲਬ ਪਾਵਾਂਗੇ, ਪੈਸਾ ਪਾਵਾਂਗੇ, ਅਸੀਂ ਕਿਸਾਨਾਂ ਦੀ ਦੁੱਗਣੀ ਆਮਦਨ ਕਰ ਦਾਂਗੇ, ਅਸੀਂ ਜਿਹੜੇ ਸਵਿਸ ਬੈਂਕ ਦੇ ਵਿੱਚ ਸਰਮਾਏਦਾਰਾਂ ਦੇ ਪੂੰਜੀਪਤੀਆਂ ਦੇ ਪੈਸੇ ਪਏ ਉਹ ਲਿਆ ਕੇ ਅਸੀਂ ਲੋਕਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਾਂਗੇ। ਇਹ ਵੱਡੇ ਮਸਲਿਆਂ ਕਰਕੇ ਜਿਹੜਾ ਹੈਗਾ ਜਨ ਸਧਾਰਨ ਨੂੰ ਨਾ ਪ੍ਰਭਾਵਿਤ ਕਰ ਗਏ ਇਹ। ਉਹ ਉਸ ਪ੍ਰਭਾਵ ਥੱਲੇ ਲੋਕਾਂ ਨੇ ਇਹਨਾਂ ਨੂੰ ਇੰਨੀ ਬਹੁ ਗਿਣਤੀ ਦੇ ਵਿੱਚ ਲੈ ਕੇ ਆਏ ਕਿ ਅੱਜ ਉਹ 300 ਤੇ ਉੱਤੇ ਸੀਟਾਂ ਲੈ ਕੇ ਆਪਣੇ ਬੈਠੇ ਨੇ। ਤੇ ਉਹਦੇ ਬਿਨਾਂ ਵੀ ਉਹਦੀਆਂ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਜਿਨ੍ਹਾਂ ਨੂੰ ਸੱਤਾ ਦੇ ਨਾਲੇ ਮਤਲਬ ਆ, ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਿ ਉਹ ਪਾਰਲੀਮੈਂਟ ਦੇ ਵਿੱਚ ਬਣੀਆਂ ਰਹਿਣ, ਜਿਵੇਂ ਰਾਮ ਵਿਲਾਸ ਦੀ ਪਾਰਟੀ ਹੈਗੀ, ਰਾਮ ਵਿਲਾਸ ਪਾਸਵਾਨ ਦੀ, ਜਾਂ ਕੁਛ ਹੋਰ ਜਥੇਬੰਦ ਹੈਗੀਆਂ ਨੇ, ਨਤੀਸ਼ ਛੱਡ ਕੇ ਮਤਲਬ ਲਾਲੂ ਨੂੰ ਛੱਡ ਕੇ ਉੱਧਰ ਆ ਗਿਆ ਹੈ ਨਾ। ਇਹ ਮਸਲੇ ਨੇ ਜਿਹੜੇ ਉਹ ਲੋਕ ਜਿਹੜੇ ਸੈਲਫਿਸ਼ ਜਿਹੜੇ ਰਾਜਨੀਤੀ ਕਰਦੇ ਨੇ, ਸਿਰਫ ਵਿਅਕਤੀਗਤ ਰਾਜਨੀਤੀ ਕਰਦੇ ਨੇ, ਉਹਨਾਂ ਦਾ ਇਹਨਾਂ ਨੂੰ ਹੰਗਾਰਾ। ਰਹੀ ਗੱਲ ਪੋਲੀਟੀਕਲ ਪਾਰਟੀਆਂ ਦੀ, ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪੋਲੀਟੀਕਲ ਪਾਰਟੀਆਂ, ਚਾਹੇ ਕਾਂਗਰਸ ਆ, ਕਮਿਊਨਿਸਟ ਆ, ਜਾਂ ਹੋਰ ਜਿਹੜੀਆਂ ਆਪਣਾ ਰੱਖਦੀਆਂ ਨੇ ਵਜੂਦ, ਜਿਵੇਂ NCP ਆ, ਸ਼ਰਦ ਪਵਾਰ ਦਾ ਆਪਣਾ ਮੁਕਾਮ ਹੈ ਪੋਲੀਟਿਕਸ ਦੇ ਵਿੱਚ ਭਾਰਤ ਦੇ ਵਿੱਚ, ਤੇ ਮਮਤਾ ਦਾ ਆਪਣਾ ਮੁਕਾਮ ਹੈ ਪੋਲੀਟਿਕਸ ਦੇ ਵਿੱਚ। ਉਹ ਇਹਦੇ ਖਿਲਾਫ ਲੜ ਰਹੀਆਂ, ਇਹਨਾਂ ਨੀਤੀਆਂ ਦੇ ਖਿਲਾਫ ਲੜ ਰਹੀਆਂ। ਇਹ ਨੀਤੀਆਂ ਜਿਹੜੀਆਂ ਹੈਗੀਆਂ ਇਹ ਇਕੱਲੀਆਂ ਇਹ ਨਹੀਂ ਕਿ ਆਹ ਕਾਰਪੋਰੇਟਾਂ ਦੇ ਹੱਕ 'ਚ ਨੀਤੀਆਂ ਬਣਾਤੀਆਂ ਇਹਨਾਂ ਨੇ, ਆਹ ਵਾਅਦੇ ਨਹੀਂ ਪੂਰੇ ਕੀਤੇ। ਦੂਜੀ ਗੱਲ ਹੈ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਵੀ ਬਹੁਤ ਵੱਡਾ ਖਤਰਾ ਬਣਿਆ। ਬਿਲਕੁਲ, ਤੁਸੀਂ ਜਿਹੜੀ ਗੱਲ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ ਕਿ ਕਿਵੇਂ ਆਪਾਂ ਪਿਛਲੇ 7 ਸਾਲਾਂ ਤੋਂ ਫੇਲ ਹੋ ਚੁੱਕੀ ਗਵਰਨਮੈਂਟ ਆ ਤੋਂ 7 ਸਾਲਾਂ ਤੋਂ ਦੇਖਦੇ ਆ ਕਿਵੇਂ ਸੜਕਾਂ ਪਰ ਜਦੋਂ NAC ਦਾ ਜਿਹੜਾ ਉਹ NRC ਆਇਆ ਜਾਂ CACCA ਆਇਆ, ਕਿਵੇਂ ਬੋਲਦੇ ਇਹਨਾਂ ਦੇ ਆਪਣੇ ਜਿਹੜੇ ਮੈਂਬਰ ਉਹ ਪਾਰਲੀਮੈਂਟ ਨੇ BJP ਦੇ ਚੰਗੇ ਆਗੂ ਤੇ ਉਹ ਕਹਿੰਦੇ ਕਿ ਗੋਲੀ ਮਾਰੋ ਸਾਲਿਆਂ ਨੂੰ, ਇੱਥੇ ਤੱਕ ਦੀਆਂ ਗੱਲਾਂ ਹੋ ਰਹੀਆਂ। ਕਿਵੇਂ ਉਹਨਾਂ ਦਾ ਜਾ ਕੇ JNU ਦੀ ਜੇ ਆਪਾਂ ਗੱਲ ਕਰੀਏ, ਕਿਵੇਂ ਉੱਥੇ ਜਿਹੜੇ ਵਿਦਿਆਰਥੀ ਉਹਨਾਂ ਨੂੰ ਕੁੱਕੜੀਆਂ ਵਾਂਗ ਕੁੱਟਿਆ ਗਿਆ। ਬਹੁਤ ਸਾਰੀਆਂ ਗੱਲਾਂ ਤੁਸੀਂ ਚੰਗੇ ਦਿਨਾਂ ਦੀ ਗੱਲ ਕੀਤੀ। ਇਹੀ ਗੱਲ ਆ ਜਿਹੜੀ ਤੁਸੀਂ ਸ਼ਰਦ ਪਵਾਰ ਉਹਨਾਂ ਦੀ ਗੱਲ ਕੀਤੀ, ਮਮਤਾ ਬੈਨਰਜੀ ਉਹਨਾਂ ਦੀ ਗੱਲ ਕੀਤੀ। ਉਹ ਸਪੈਸ਼ਲ ਜਿਹੜੀ ਮਮਤਾ ਬੈਨਰਜੀ ਆ ਉਹ ਦਿੱਲੀ ਆਏ ਆ, ਦਿੱਲੀ ਆ ਕੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਅੱਛੇ ਦਿਨ ਹੁਣ ਬਹੁਤ ਦੇਖ ਲਏ, ਹੁਣ ਅਸੀਂ ਸੱਚੇ ਦਿਨ ਦੇਖਣੇ ਨੇ। ਉਹਨਾਂ ਨੇ ਜਿਹੜੇ ਸੋਨੀਆ ਗਾਂਧੀ ਆ ਆਪਣੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕੀਤੀ, ਰਾਹੁਲ ਗਾਂਧੀ ਉਹਨਾਂ ਨਾਲ ਮੁਲਾਕਾਤ ਕੀਤੀ, ਨਾਲ ਦੀ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜਾਂ ਕਨਵੀਨਰ ਕਹਿ ਲਓ, ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨਾਲ ਵੀ ਮੀਟਿੰਗਾਂ ਕੀਤੀ, ਕਾਫੀ ਮੀਟਿੰਗਾਂ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਉਹ ਅੱਛੇ ਦਿਨ ਆ ਜਿਹੜੇ ਅਸੀਂ ਦੇਖ ਚੁੱਕੇ ਨੇ, ਹੁਣ ਅਸੀਂ ਸੱਚੇ ਦਿਨ ਦੇਖਣੇ ਹੁੰਦੇ। ਉਹ ਵੀ ਇਹੀ ਗੱਲ ਕਰਦੇ ਨੇ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਲੋਕਾਂ ਨੂੰ ਬਹੁਤ ਕੁਝ ਦਿਖਾਇਆ ਗਿਆ ਕਿ ਸੱਚ ਹੈ, ਪਰ ਉਲਟ ਉਤੇ ਕੰਮ ਕੀਤੇ ਜਾ ਰਹੇ ਨੇ, ਅਸਲੀਅਤ ਹੋਰ ਆ। ਤੁਸੀਂ ਜਿਹੜੀ ਮਮਤਾ ਬੈਨਰਜੀ ਆ ਉਹਨਾਂ ਨੇ ਦਿੱਲੀ ਆ ਕੇ ਵੱਖ-ਵੱਖ ਆਗੂਆਂ ਨੂੰ ਮਿਲਦੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਨੇ ਕਿ ਜੋ ਮਮਤਾ ਬੈਨਰਜੀ ਚਾਹੁੰਦੇ ਨੇ ਸਰਕਾਰ ਦੇ ਖਿਲਾਫ ਇੱਕ ਧਿਰ ਖੜੀ ਕਰਨਾ, ਕੀ ਉਹ ਉਸ ਵਿੱਚ ਕਾਮਯਾਬ ਹੋ ਸਕਦੇ ਨੇ, ਜਾਂ ਤੁਸੀਂ ਉਹਨਾਂ ਦੀ ਮੀਟਿੰਗ ਨੂੰ ਕਿਸ ਰੂਪ 'ਚ ਦੇਖਦੇ ਨੇ? ਦੇਖੋ, ਮਮਤਾ ਬੈਨਰਜੀ ਦਾ ਜਿਹੜਾ ਸਟੈਂਡ ਆ, ਮਮਤਾ ਬੈਨਰਜੀ ਜੋ ਚਾਹੁੰਦੀ ਆ ਉਹ ਭਾਰਤ ਦੇ ਵਿੱਚ BJP ਦੇ ਅਗੇਂਸਟ ਕੋਈ ਬਦਲ ਚਾਹੁੰਦੀ ਆ ਜੀ। ਹੁਣ ਭਾਰਤ ਦੇ ਵਿੱਚ 3 ਗਰੁੱਪ ਕੰਮ ਕਰਦੇ ਨੇ। ਇੱਕ ਤਾਂ BJP ਦਾ ਹੈਗਾ, ਜਿਹੜਾ BJP ਦੀਆਂ ਅਲਾਈਡ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਅੱਜ ਸਰਕਾਰ ਦੇ ਵਿੱਚ ਸ਼ਾਮਲ ਆ ਉਹ ਆ। ਇੱਕ ਕਾਂਗਰਸ ਧਿਰ ਹੈਗੀ ਆ, ਠੀਕ ਹੈ ਨਹੀਂ। ਤੇ ਤੀਜੀ ਧਿਰ ਉਹ ਆ ਜਿਹਦੇ 'ਚ ਲੈਫਟ ਆ ਗਏ, ਮਮਤਾ ਬੈਨਰਜੀ ਆ ਗਈ ਤੇ ਸ਼ਰਦ ਪਵਾਰ ਆ ਗਿਆ, ਇਹ ਜਾਂ ਲਾਲੂ ਪ੍ਰਸਾਦ ਯਾਦਵ ਉਹਨੇ ਆ ਗਏ, ਹੋਰ ਖੇਤਰੀ ਪਾਰਟੀਆਂ ਹੈਗੀਆਂ, J&K ਦੇ ਲੋਕ ਆ, ਇਹ ਸਾਰੇ ਆ ਜਿਹੜੇ ਇਹ ਤੀਜੀ ਧਿਰ 'ਚ ਆਉਂਦੇ ਨੇ। ਹੁਣ ਇਹਦੇ 'ਚ ਸਵਾਲ ਪੈਦਾ ਹੁੰਦਾ ਹੈ ਬਈ ਮਮਤਾ ਬੈਨਰਜੀ ਆ ਜਿਹੜੀ ਅੱਜ ਤੱਕ ਬੰਗਾਲ ਦੀ ਸਿਆਸਤ ਕਰਦੀ ਰਹੀ ਆ, ਬੰਗਾਲ ਦੀ ਸ਼ੇਰ ਨਹੀਂ ਕਿਹਾ ਜਾਂਦਾ। ਹਾਂ, ਬੰਗਾਲ ਦੀ ਸਿਆਸਤ ਕਰਦੀ ਰਹੀ ਆ। ਇਸੇ ਤਰ੍ਹਾਂ ਮਤਲਬ ਇਹ ਮਮਤਾ ਬੈਨਰਜੀ ਦਾ ਇੱਕ ਅਕਸ ਰਿਹਾ ਹੈ ਕਿ ਉਹ BJP ਦੇ ਜਿਹੜਾ ਕੱਟੜਪੰਥੀ ਜਿਹੜਾ ਰਵੱਈਆ ਦਾ ਉਹਦੇ ਖਿਲਾਫ ਉਹਨੇ ਆਵਾਜ਼ ਬੁਲੰਦ ਕਰੀ ਆ। ਇਸੇ ਤਰ੍ਹਾਂ ਲਾਲੂ ਪ੍ਰਸਾਦ ਯਾਦਵ ਜਿਹੜਾ ਹੈਗਾ ਸੀ, ਜਿਹੜੀ ਉਹਦੀ RLD ਜੋ ਵੀ ਹੈ ਰਾਸ਼ਟਰੀ ਲੋਕ ਦਲ ਦੀ, ਉਹਦਾ ਮੁਖੀ ਹੈ ਜਿਹੜਾ, ਉਹ ਭਾਵੇਂ ਭੁਗਤ ਰਿਹਾ ਅੱਜ ਜੇਲ੍ਹਾਂ ਦੇ ਵਿੱਚ ਇਹਨਾਂ ਦੀਆਂ ਅਦਾਲਤਾਂ ਦਾ, ਪਰ ਉਹ ਇਹਨਾਂ ਨੂੰ ਅੱਖਾਂ ਦਿਖਾਉਂਦੇ ਰਹੇ, ਟੱਕਰ ਦੇ ਰਹੇ, ਸਿੱਧੀਆਂ ਚੁਣੌਤੀਆਂ ਦਿੰਦੇ ਰਹੇ। ਜਿਵੇਂ ਕਿ ਹੁਣ BJP ਨੇ ਜਿਹੜੀਆਂ ਕਲਕੱਤੇ ਦੀਆਂ ਦੇ ਵਿੱਚ ਕੀ ਹੋਇਆ, ਵੈਸਟ ਬੰਗਾਲ 'ਚ ਕੀ ਹੋਇਆ, ਆਪਾਂ ਨੂੰ ਸਭ ਪਤਾ ਹੈ ਕਿ ਉਹਨਾਂ ਨੂੰ ਚੋਣਾਂ ਰੋਕਣ ਵਾਸਤੇ ਕੀ ਕੀਤਾ ਗਿਆ, ਭਾਵੇਂ ਕਿ ਉਹਨਾਂ ਦੀ
ਪੈਰ ਆ ਜਿਹੜਾ ਫ੍ਰੈਕਚਰ ਆ ਗਿਆ, ਸੱਟ ਵੱਜੀ ਮਮਤਾ ਬੈਨਰਜੀ, ਪਰ ਫਿਰ ਵੀ ਉਹ ਪੂਰੀ ਤਰ੍ਹਾਂ ਦੇ ਲਲਕਾਰਦੀ ਰਹੀ, ਅੜੀ ਰਹੀ, ਲੜੀ ਰਹੀ। ਉਹ ਕੱਲੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇਹੀ ਚਰਚਾ ਰਹੀ ਕਿ ਉਸ ਸ਼ੇਰਨੀ ਬਣ ਕੇ ਉਹਨੇ ਲੜਾਈ ਲੜੀ ਆ। ਉਹਨਾਂ ਨੇ ਪ੍ਰਧਾਨ ਮੰਤਰੀ ਦੀ ਅਮਿਤ ਸ਼ਾਹ ਹੋਰਾਂ ਦੀ ਮਤਲਬ ਹੀਣ ਨਹੀਂ ਮੰਨੀ ਹੈਗੀ, ਈਣ ਨਹੀਂ ਮੰਨੀ ਹੈਗੀ, ਔਰ ਉਹ ਲੜਾਈ ਲੜਦੇ ਰਹੇ। ਇਸੇ ਕਰਕੇ ਜਿਹੜੀਆਂ ਸਾਰੇ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਉਹ ਮਮਤਾ ਬੈਨਰਜੀ ਪਰ ਟਿਕੀਆਂ ਹੋਈਆਂ ਕਿ ਉਹ ਜਿਹੜੀਆਂ ਟੱਕਰ ਦੇ ਸਕਦੇ ਨੇ। ਕੁਝ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਉਹਨਾਂ ਦੀ ਅੱਖ ਵੀ ਮਮਤਾ ਬੈਨਰਜੀ 'ਤੇ ਹੈਗੀ ਹੈ ਕਿ ਉਹ ਇਸ ਮਾਮਲੇ ਦੀ ਅਗਵਾਈ ਕਰ ਸਕਦੀਆਂ। ਕੱਲ੍ਹ ਜਿਵੇਂ ਉਹਨਾਂ ਨੂੰ ਕਿਹਾ ਵੀ ਗਿਆ, ਉੱਥੇ ਕੁਝ ਆਗੂਆਂ ਵੱਲੋਂ ਜਾਂ ਪੱਤਰਕਾਰਾਂ ਵੱਲੋਂ ਪੁੱਛਿਆ ਵੀ ਗਿਆ, ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੈਂ ਅਗਵਾਈ ਕਰਾਂ ਜਾਂ ਨਾ ਕਰਾਂ, ਉਹ ਹਾਲਾਤ ਦੇਖੇ ਜਾਣਗੇ ਕਿ ਕਿਹਨਾਂ ਨੇ ਅਗਵਾਈ ਕਰਨੀ ਹੈ। ਇਹ ਉਦੋਂ ਦੇ ਹਾਲਾਤਾਂ ਦੇ ਮੁਤਾਬਕ ਫੈਸਲਾ ਲਿੱਤਾ ਜਾਵੇਗਾ। ਪਰ ਉਹ ਇਹ ਗੱਲ ਚਾਹੁੰਦੇ ਨੇ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੀਆਂ ਸਾਰੀਆਂ ਸਿਆਸੀ ਧਿਰਾਂ ਉਹ ਇਕੱਠੀਆਂ ਹੋਣੀਆਂ ਚਾਹੀਦੀਆਂ ਜੇਕਰ ਇਹਨਾਂ ਨੂੰ ਹਰਾਉਣਾ ਚਾਹੁੰਦੇ ਨੇ 2024 ਦੀਆਂ ਚੋਣਾਂ ਦੇ ਵਿੱਚ। ਉਹਨਾਂ ਨੇ ਖਾਸ ਕਰਕੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ, ਉਹਨਾਂ ਬਾਰੇ ਵੀ ਗੱਲ ਕਹੀ ਕਿ ਉਹਨਾਂ ਨੇ ਆਪਣਾ ਫੈਸਲਾ ਲੈਣਾ ਕਿ ਉਹਨਾਂ ਨੇ ਕੀ ਕਰਨਾ। ਮੈਨੂੰ ਇਹੀ ਲੱਗ ਰਿਹਾ ਕਿ ਜਿਹੜੀ ਮਮਤਾ ਬੈਨਰਜੀ ਆ ਉਹ ਕਿਤੇ ਨਾ ਕਿਤੇ ਸਾਰੀਆਂ ਧਿਰਾਂ ਇਹ ਚਾਹੁੰਦੀਆਂ ਕਿ ਉਹ ਇੱਕ ਮੰਚ ਤੇ ਇਕੱਠੀਆਂ ਹੋਣ, ਇੱਕ ਸਾਂਝਾ ਮੁਹਾਜ਼ ਹੈ ਜਿਹੜਾ ਉਹ ਬਣਾਇਆ ਜਾਵੇ, ਤਾਂ ਕਿ ਜਿਹੜੀ ਇਹ ਫਿਰਕਾ ਪ੍ਰਸਤੀ ਦੀ ਰਾਜਨੀਤੀ ਕੀਤੀ ਜਾ ਰਹੀ ਆ, ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਆ, ਜਾਂ ਫਿਰ ਨੈਸ਼ਨਲ ਦੇ ਮੁੱਦਿਆਂ 'ਤੇ, ਰਾਸ਼ਟਰਵਾਦ ਦੇ ਮੁੱਦਿਆਂ 'ਤੇ ਲੋਕਾਂ ਨੂੰ ਭੜਕਾਇਆ ਜਾ ਰਿਹਾ, ਜਾਂ ਰਾਸ਼ਟਰਵਾਦ ਦੇ ਨਾਮ 'ਤੇ ਜਿਹੜੀਆਂ ਵੋਟਾਂ ਬਟੋਰੀਆਂ ਜਾ ਰਹੀਆਂ, ਇਹਨਾਂ ਨੂੰ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਇਹਨਾਂ ਦਾ ਜਿਹੜਾ ਪਾਜ ਆ ਉਹ ਉਧੇੜਿਆ ਜਾਵੇ, ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਕੀਤਾ ਜਾਵੇ। ਮੈਨੂੰ ਇਹੀ ਲੱਗਦਾ ਕਿਉਂਕਿ ਜਿਹੜੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਆਏ ਆ, ਉਹਨਾਂ ਨੇ ਵੀ ਇਹੀ ਕਿਹਾ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਆ। ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਆ ਐਂਟਨੀ ਬਲਿੰਕਨ, ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇ। ਜਿਵੇਂ ਕਿ ਤੁਸੀਂ ਵੀ ਇਹੀ ਗੱਲ ਕਹਿ ਰਹੇ ਕਿ ਸੰਸਦ ਦੇ ਬਾਹਰ ਜਿਹੜੇ ਕਿਸਾਨਾਂ ਨੇ ਸੰਸਦ ਲਾ ਰਿਹਾ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਲੋਕਾਂ ਦੇ ਚੁਣੇ ਹੋਏ ਸੰਸਦ ਮੈਂਬਰ ਨੇ, ਉਹ ਸੰਸਦ ਦੇ ਗੱਲ ਅੰਦਰ ਆਪਣੀ ਗੱਲ ਰੱਖਣੀ ਚਾਹੁੰਦੇ ਨੇ, ਉੱਥੇ ਨਹੀਂ ਉਹਨਾਂ ਦੀ ਗੱਲ ਸੁਣੀ ਜਾ ਰਹੀ। ਅਮਰੀਕਾ ਦੇ ਜਿਹੜੇ ਇੱਥੇ ਵਿਦੇਸ਼ ਮੰਤਰੀ ਆ ਰਹੇ ਨੇ ਉਹ ਵੀ ਇਹੀ ਗੱਲ ਕਹਿ ਰਹੇ ਕਿ ਲੋਕਾਂ ਦੀ ਆਵਾਜ਼ ਸੁਣੋ। ਫਿਰ ਇਹ ਆਖਰ ਇਹ ਕਿਆ ਕਾਰਨ ਨੇ ਕਿ ਸਾਡੀ ਜਿਹੜੀ ਚੁਣੀ ਹੋਈ ਸਰਕਾਰ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਜਾਂ ਇਹਨਾਂ ਦੇ ਹੋਰ ਨੁਮਾਇੰਦੇ ਨੇ ਜਿਹੜੇ, ਉਹ ਕਿਉਂ ਨਹੀਂ ਸਾਡੀ ਗੱਲ ਸੁਣ ਰਹੇ? ਹਾਂ, ਇਹਦਾ ਕਾਰਨ ਹੈ ਜੀ, ਦੇਖੋ ਗੱਲ ਇਹ ਆ ਕਿ ਜਿਹੜਾ ਬੀਜੇਪੀ ਦੀ ਆਰਐਸਐਸ ਦੀ ਇਹ ਗਵਰਨਮੈਂਟ ਆ, ਇਹ ਹਿੰਦੂਵਾਦੀ ਫਾਸ਼ੀਵਾਦੀ ਹੈ, ਇਹਦੇ ਫਾਸ਼ੀਵਾਦੀ ਗਵਰਨਮੈਂਟ ਹੈ ਜੀ। ਇਹਨਾਂ ਨੇ ਆਉਂਦਿਆਂ ਹੀ ਲੋਕਾਂ ਦੇ ਖਿਲਾਫ ਕਾਲੇ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ 2020 ਦੇ ਵਿੱਚ, ਜਦੋਂ ਇਹ ਦੁਬਾਰਾ ਜਿੱਤੇ ਆ ਜੀ 2019 ਦੇ ਵਿੱਚ, ਤੇ ਉਹਨਾਂ ਦੇ ਲਈ ਲੋਕ ਜੂਝ ਰਹੇ ਆ। ਹੁਣ ਜਿਹੜੀ ਗੱਲ ਹੈਗੀ ਆ ਵੀ ਇਹ ਮਤਲਬ ਇਹ ਲੋਕਾਂ ਦੇ ਖੜੇ ਹੋਣ ਦੀ, ਲੋਕਾਂ ਦੇ ਇਕੱਤਰ ਹੋਣ ਦੀ, ਲੋਕਾਂ ਦੇ ਵਿੱਚ ਆਕਰੋਸ਼ ਦੀ, ਗੁੱਸੇ ਦੀ ਗੱਲ ਆ। ਉਹਦੇ ਵਿੱਚੋਂ ਇੱਕ ਕਿਸਾਨੀ ਮੂਵਮੈਂਟ ਆ, ਮਜ਼ਦੂਰਾਂ ਦੇ ਖਿਲਾਫ 4 ਕੋਡ ਬਿੱਲ ਪਾਸ ਕਰਦੇ, ਜਿਹੜੇ 46 ਕਾਨੂੰਨ ਬਣੇ ਹੋਏ ਤੇ 1945 ਦੇ ਵਿੱਚ ਬਣਾਏ ਆ। ਇਹ ਮਹਿੰਗਾਈ ਉਹ ਨਹੀਂ ਕਿਸੇ ਕਾਬੂ 'ਚ ਆ ਰਹੀ। ਹੁਣ ਗੱਲ ਇਹ ਆ ਵੀ ਇਹਨੂੰ ਜਿਹੜੀ ਵਿਰੋਧੀ ਧਿਰ ਆ ਉਹ ਕਿਵੇਂ ਯੂਜ਼ ਕਰ ਦਿੰਦੀ ਆ। ਛਿੱਬਰ ਸਾਹਿਬ, ਇਹ ਗੱਲ ਹੈਗੀ ਆ। ਹੁਣ ਇੱਥੇ ਕਾਂਗਰਸ ਕਮਜ਼ੋਰ ਹੋ ਚੁੱਕੀ ਆ। ਉਹ ਚਾਹੇ ਉਹਦੇ ਕੋਲ 5-4 ਸਟੇਟਾਂ ਹੈਗੀਆਂ ਭਾਰਤ ਦੇ ਵਿੱਚ, ਉੱਥੇ ਉਹਨਾਂ ਦੇ ਮੁੱਖ ਮੰਤਰੀ ਵੀ ਆ, ਉਹ ਬਹੁਤ ਕਮਜ਼ੋਰ ਹੋ ਚੁੱਕੇ ਆ। ਉਹ ਇਹਨਾਂ ਜਿਹੜੀਆਂ ਖੇਤਰੀ ਪਾਰਟੀਆਂ, ਚਾਹੇ ਉਹ ਮਮਤਾ ਬੈਠੀ ਆ, ਚਾਹੇ ਮਮਤਾ ਬੈਠੀ ਆ, ਚਾਹੇ ਸ਼ਰਦ ਪਵਾਰ ਬੈਠਾ ਹੈ, ਇਹਨਾਂ ਦਾ ਹੀ ਘਟਕ ਦਲ ਜਿਹੜਾ ਬੀਜੇਪੀ ਦਾ ਹੈ, ਸ਼ਿਵ ਸੈਨਾ, ਉਹ ਉੱਥੇ ਸ਼ਰਦ ਪਵਾਰ ਦੇ ਨਾਲ ਮਿਲ ਕੇ ਉੱਥੇ ਪੋਲੀਟਿਕਸ ਕਰ ਰਿਹਾ, ਰਾਜਨੀਤੀ ਦੇ ਵਿੱਚ ਹਛਾਏ ਹੋਇਆ। ਮਤਲਬ ਇਹ ਜਿਹੜੇ ਹੁਣ ਜਿਹੜਾ ਤੀਜਾ ਧਿਰ ਹੈਗੀ ਆ, ਜਿਹਦੇ ਵਿੱਚ ਮਮਤਾ ਬੈਨਰਜੀ ਉਨੀ ਆਉਂਦੇ ਨੇ, ਸ਼ਰਦ ਪਵਾਰ ਉਨੀ ਆਉਂਦੇ ਨੇ, ਇਹ ਆਪਣੇ ਜੰਮੂ ਕਸ਼ਮੀਰ ਵਾਲੇ ਆਉਂਦੇ ਨੇ, ਤੇ ਆਪਣੇ ਕਮਿਊਨਿਸਟਾਂ ਦੇ ਗਰੁੱਪ ਆਉਂਦੇ ਨੇ। ਇਹ ਮਤਲਬ ਤੀਜੀ ਧਿਰ ਆ। ਹੁਣ ਤੀਜੀ ਧਿਰ ਦਾ ਜਿਹੜਾ ਰੋਲ ਰਹਿਣਾ ਬੜਾ ਫੈਸਲਾਕੁਨ ਰੋਲ ਰਹੂਗਾ ਆਇੰਦਾ ਦਿਨਾਂ ਦੇ ਵਿੱਚ। ਉਹਦੇ ਵਿੱਚ ਇਹ ਆ ਕਿ ਹੁਣ ਇਹਨਾਂ ਦੇ ਵਿੱਚ ਸਰਦਾਰੀ ਦੀ ਬੜੀ ਹੈਗੀ ਆ। ਮਮਤਾ ਬੈਨਰਜੀ ਕਹਿੰਦੀ ਆ ਕਿ ਅਸੀਂ ਇਕੱਠੇ ਕਰੀਏ ਇਹਨਾਂ ਨੂੰ, ਤੇ ਮਮਤਾ ਬੈਨਰਜੀ ਦੇ ਲੈਫਟਿਸਟਾਂ ਦੇ ਨਾਲ ਸਾਮੇ ਨਹੀਂ ਹੈਗੇ। ਹਾਂ, ਇੱਕ ਗੱਲ ਹੋਰ ਆ, ਜਿਹੜਾ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੋਵੇਂ ਇਕੱਠੇ ਕਾਂਗਰਸ ਨੂੰ ਛੱਡ ਕੇ ਆਏ ਨੇ। ਬਿਲਕੁਲ ਸਹੀ ਗੱਲ। ਉਹਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾ ਲਈ, ਤੇ ਇਹਨੇ ਆਪਣੀ ਤ੍ਰਿਣਮੂਲ ਕਾਂਗਰਸ ਬਣਾ ਲਈ। ਹੁਣ ਇਹਨਾਂ ਦੇ ਵੀ ਜਿਹੜੇ ਰਿਲੇਸ਼ਨ ਆ, ਇਹਨਾਂ ਦੇ ਜਿਹੜੇ ਸਬੰਧ ਆ ਆਪਸੀ, ਉਹ ਕਿੰਨੇ ਮਤਲਬ ਲੋਕ ਹਿੱਤਾਂ 'ਚ ਭੁਗਤਦੇ ਆ, ਇਹ ਬੜਾ ਕੰਮ ਕਰਦੇ ਆ। ਜਿਹੜੀ ਮੇਰੀ ਥੋੜੀ ਜਿਹੀ ਗੱਲ, ਸਿਰਫ ਇੱਕ ਮਿੰਟ, ਇੱਕ ਡੇਢ ਕਰੋ ਗੱਲ ਕਰੋ।
ਤੇ ਇਹਨਾਂ ਨੇ ਇਹ ਜਿਵੇਂ ਦੋ ਆਗੂ ਨੇ, ਜਿਹੜਾ ਸ਼ਰਦ ਪਵਾਰ ਆ, ਸਾਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਵੀ ਕਾਰਪੋਰੇਟਾਂ ਤੇ ਘੱਟ ਬੰਦਾ ਨਹੀਂ ਹੈਗਾ। ਹਾਂ, ਮਮਤਾ ਬੈਨਰਜੀ ਤਾਂ ਪਾਈ ਫਿਰਦੇ ਆ ਹਵਾਈ ਚੱਪਲ, ਠੀਕ ਆ, ਤੇ ਹਵਾਈ ਚੱਪਲ ਉਹਨੂੰ ਪਵਾਤੀ ਲੈਫਟਿਸਟਾਂ ਨੇ, ਕਿਉਂਕਿ ਉਹਨਾਂ ਨੇ ਵਧੀਆ ਪੋਲੀਟਿਕਸ ਦਿੱਤੀ ਆ ਆਪਣੀਆਂ ਸਟੇਟਾਂ ਦੇ ਵਿੱਚ, ਚਾਹੇ ਉਹ ਤ੍ਰਿਪੁਰਾ ਹੋਇਆ, ਚਾਹੇ ਕੇਰਲਾ ਹੋਇਆ, ਚਾਹੇ ਬੰਗਾਲ ਹੋਇਆ। ਤੇ ਹੁਣ ਉਹ ਉੱਥੇ ਇਹਨੇ ਲੜੀ ਆ ਜਿਹੜੀ, ਤੇ ਉਹੋ ਜਿਹਾ ਹੀ ਸ਼ਾਸਨ ਦੇਣ ਦੀ ਇਹਨੇ ਕੋਸ਼ਿਸ਼ ਕੀਤੀ ਆ। ਭਾਵੇਂ ਉਹਦੇ ਵਿੱਚ ਕੁਝ ਬੰਦੇ ਕਰਪਟ ਵੀ ਹੋ ਗਏ ਜਿਹੜੇ ਬੀਜੇਪੀ ਨਾਲ ਰਲ ਕੇ ਹੁਣ ਵਾਪਸ ਆ ਰਹੇ ਆ। ਮੈਂ ਕਹਿਣ ਦਾ ਭਾਵ ਇਹ ਆ, ਉੱਥੇ ਇੱਕ ਛਵੀ ਆ, ਇੱਕ ਚਿਹਰਾ ਹੈ ਉਹ ਮਮਤਾ ਬੈਨਰਜੀ ਦਾ। ਹੁਣ ਮਮਤਾ ਬੈਨਰਜੀ ਆ ਜਿਹੜੀ, ਉਹ ਬੰਗਾਲ ਦੀ ਪੋਲੀਟਿਕਸ ਦੇ ਵਿੱਚ ਤਾਂ ਛਾ ਗਈ ਆ, ਤੇ ਦੂਜੇ ਲੋਕਾਂ ਨੂੰ ਨਾਲ ਲੈਣ ਦੇ ਲਈ ਇਹਦੇ ਲਈ ਵੀ ਚੈਲੰਜ ਹੈਗੇ ਨੇ। ਜਿਹੜਾ ਤੀਜੀ ਧਿਰ ਆ, ਇਹਦੇ ਲਈ ਹਾਲੇ ਆਪਸ ਦੇ ਵਿੱਚ ਇਕੱਠੇ ਹੋਣ ਦੇ ਬੜੇ ਚੈਲੰਜਸ ਆ। ਇਹਨਾਂ ਨੂੰ ਹੀ ਆਪਣਾ ਮਿਨੀਮਮ ਪ੍ਰੋਗਰਾਮ ਬਣਾਉਣਾ ਪਊਗਾ, ਜਿਹਦੇ ਆਧਾਰ ਤੇ ਇਹ ਕਾਂਗਰਸ ਨੂੰ ਨਾਲ ਲੈ ਕੇ ਜਾਂ ਹੋਰ ਪਾਰਟੀਆਂ ਨੂੰ ਨਾਲ ਲੈ ਕੇ ਤਾਂ ਬੀਜੇਪੀ ਦੇ ਬਦਲ ਦੇ ਸਕਦੇ। ਪਰ ਡੱਲਾ ਸਾਹਿਬ, ਇੱਕ ਤਾਂ ਗੱਲ ਆਪਾਂ ਇਹ ਮੰਨਦੇ ਆ ਕਿ ਭਾਵੇਂ ਕਿ ਚੋਣਾਂ ਜਿਹੜੀਆਂ 2024 ਦੇ ਵਿੱਚ ਹੋਣੀਆਂ, 2-3 ਸਾਲ ਦਾ ਜਿਹੜਾ ਵਕਵਾ ਪਿਆ, ਬਹੁਤ ਵਕਵਾ ਪਿਆ, ਪਰ ਕਿਤੇ ਨਾ ਕਿਤੇ ਆਸ ਤਾਂ ਵੱਜਦੀ ਆ ਨਾ ਕਿ 3 ਸਾਲਾਂ ਤੱਕ ਇਹ ਜਿਹੜੀਆਂ ਸਾਰੀਆਂ ਵਿਰੋਧੀ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਸਕਦੀਆਂ, ਜਾਂ ਸਰਕਾਰ ਪਰ ਇੱਕ ਡਰ ਤਾਂ ਪੈ ਸਕਦਾ ਕਿ ਸਾਰੀਆਂ ਜੇ ਵਿਰੋਧੀ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ, ਉਹਨਾਂ ਦੇ ਖਿਲਾਫ ਇਕਜੁੱਟ ਹੋ ਗਈਆਂ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਵੀ, ਜਿਹੜਾ ਬੋਰੀਆ ਬਿਸਤਰਾ ਉਹ ਗੋਲ ਹੋ ਸਕਦਾ। ਕਿਤੇ ਨਾ ਕਿਤੇ ਉਹ ਡਰ ਦੀ ਰਾਜਨੀਤੀ ਦੇ ਤਹਿਤ, ਡਰ ਦੇ ਤਹਿਤ ਕੁਝ ਲੋਕ ਪੱਖੀ ਫੈਸਲੇ ਤਾਂ ਲੈ ਸਕਦੇ ਨੇ। ਹੁਣ ਜਿਵੇਂ ਕਿਸਾਨਾਂ ਦੀ ਗੱਲ ਆ, ਤੁਸੀਂ ਲੰਬੇ ਸਮੇਂ ਤੋਂ ਜਿਹੜੀਆਂ ਲੇਬਰ ਕਲਾਸ ਆ, ਲੇਬਰ ਯੂਨੀਅਨ ਆ, ਉਹਨਾਂ ਨਾਲ ਵੀ ਤੁਸੀਂ ਕੰਮ ਕਰ ਰਹੇ ਨੇ, ਜਿੱਥੇ 3 ਖੇਤੀ ਕਾਨੂੰਨ ਆ ਜਿਹੜੇ ਉਹਨਾਂ ਨੇ ਲੈ ਕੇ ਆਉਂਦੇ ਆ, ਨਵੇਂ ਕਾਨੂੰਨ ਬਣਾਉਂਦੇ ਆ ਕਿਸਾਨੀ ਦਾ ਗਲ ਘੁੱਟਣ ਵਾਸਤੇ, ਤੇ ਨਾਲ ਦੀ ਨਾਲ ਉਹ ਬਿਜਲੀ ਐਕਟ ਆ ਜਿਹੜਾ, ਉਹਦੇ ਵਿੱਚ ਸੋਧ ਕਰਨ ਵਾਸਤੇ ਬਿੱਲ ਆ ਜਿਹੜਾ ਤਿਆਰ ਆ, ਉਹ ਕਿਤੇ ਵੀ ਲੈ ਕੇ ਆ ਸਕਦੇ ਆ, ਜਿਹਦੇ ਨਾਲ ਬਿਜਲੀ ਸੈਕਟਰ ਦੇ ਵਿੱਚ ਵੀ ਨਿੱਜੀ ਭਾਈਵਾਲ ਆ ਜਿਹੜੀ ਉਹ ਬਹੁਤ ਵੱਧ ਜੂਗੀ। ਹਾਲਾਂਕਿ ਜਦੋਂ ਬਿਜਲੀ ਬੋਰਡਾਂ ਨੂੰ ਤੋੜ ਕੇ ਪਾਵਰਕਾਮ ਬਣਾਈ ਸੀ, ਉਦੋਂ ਹੀ ਇਹ ਇੱਕ ਰਾਹ ਪੱਧਰਾ ਜਿਹੜਾ ਹੋ ਗਿਆ ਸੀਗਾ। ਤੇ ਨਾਲ ਦੀ ਨਾਲ ਨਾਰਾ ਤਾਂ ਅਸੀਂ ਇਹ ਦੇ ਰਹੇ ਹਾਂ ਡੱਲਾ ਸਾਹਿਬ ਜੀ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹ ਕਿਸਾਨਾਂ ਦੇ ਨਾਲ ਖੜੀਆਂ ਨੇ। ਪਰ ਕਿਤੇ ਨਾ ਕਿਤੇ ਜੇ 40 ਦੇ ਕਰੀਬ ਜਿਹੜੇ ਕਾਨੂੰਨ ਸੀਗੇ ਉਹ ਲੇਬਰ ਨਾਲ ਸੰਬੰਧਿਤ ਸੀਗੇ, ਉਹ ਵੀ ਰਿਪੀਲ ਕੀਤੇ ਗਏ ਨੇ, ਜਿਹਦੇ ਨਾਲ ਲੇਬਰ ਦਾ ਜਿਹੜਾ ਇੰਸਪੈਕਟਰੀ ਰਾਜ ਕਹਿਣ ਨੂੰ ਤਾਂ ਉਹ ਇਹ ਕਹਿ ਰਹੇ ਵੀ ਅਸੀਂ ਇੰਸਪੈਕਟਰੀ ਰਾਜ ਖਤਮ ਕੀਤਾ, ਪਰ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਮਜ਼ਦੂਰਾਂ ਦੀ ਜਿਹੜੀ ਸੰਘੀ ਆ ਉਹ ਕੁੱਟੀ ਗਈ ਆ। ਇਸੇ ਤਰ੍ਹਾਂ ਪੱਤਰਕਾਰਾਂ ਦੀ, ਜਿਹੜਾ ਪੱਤਰਕਾਰਾਂ ਦਾ ਵਰਕਿੰਗ ਜਰਨਲਿਸਟ ਐਕਟ ਸੀਗਾ, ਉਹ ਵੀ ਰੱਦ ਕਰ ਦਿੱਤਾ ਗਿਆ, ਜਿਹਦੇ ਨਾਲ ਹੁਣ ਜਿਹੜਾ ਮਿਨੀਮਮ ਬੋਰਡ ਵੇਜ ਦਾ ਉਹਦਾ ਭੋਗ ਪੈ ਗਿਆ। ਤੇ ਖਾਲੂ ਮਜ਼ਦੂਰ ਆ ਜਿਹੜੇ, ਉਹਨਾਂ ਨੇ ਜਦੋਂ ਲੜਾਈ ਲੜਨੀ ਆ ਆਪਣੇ ਖਿਲਾਫ, ਜਿਹੜੇ ਉਹਨਾਂ ਦੇ ਖਿਲਾਫ ਸ਼ੋਸ਼ਣ ਹੋ ਰਿਹਾ, ਉਹ ਕਿਸੇ ਅਦਾਲਤ 'ਚ ਜਾਣਾ, ਪਹਿਲਾਂ ਉਹ ਲੇਬਰ ਡਿਪਾਰਟਮੈਂਟ 'ਚ ਜਾਂਦੇ ਸੀਗੇ, ਕਿਤੇ ਨਾ ਕਿਤੇ ਨੂੰ ਰਾਹਤ ਮਿਲਦੀ ਸੀਗੀ। ਹੁਣ ਉਹ ਸਾਰੇ ਕਾਨੂੰਨ ਆ ਜਿਹੜੇ ਰੱਦ ਕਰ ਦਿੱਤੇ। ਕੋਈ ਬਿਨਾਂ ਦੱਸੇ 1000 ਦੇ ਕਾਮਿਆਂ ਤੱਕ ਦੀ ਜਿਹੜੀਆਂ ਕੰਪਨੀਆਂ, ਫੈਕਟਰੀਆਂ ਬਿਨਾਂ ਪਰਮਿਸ਼ਨ ਲਏ ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਇੱਲ ਦਿਖਾ ਕੇ, ਬਿਮਾਰ ਦਿਖਾ ਕੇ, ਜਾਂ ਘਾਟੇ ਵਾਲੀਆਂ ਦਿਖਾ ਕੇ ਮੁਲਾਜ਼ਮਾਂ ਨੂੰ, ਮਜ਼ਦੂਰਾਂ ਨੂੰ ਨੌਕਰੀ ਤੋਂ ਬਾਹਰ ਕੱਢ ਸਕਦੀਆਂ ਨੇ। ਤੇ ਹੁਣ ਮਜ਼ਦੂਰ ਕੋਲ ਇੰਨੀ ਕੋਈ ਤਾਕਤ ਨਹੀਂ ਕਿ ਉਹ ਕੋਰਟ ਕਚਹਿਰੀਆਂ ਤੱਕ ਚਲੇ ਜਾਵੇ, ਜਿਹੜੀ ਕਿ ਇਹ ਸਿਸਟਮ ਖਤਮ ਕਰ ਦਿੱਤਾ। ਇਹਨਾਂ ਮਜ਼ਦੂਰਾਂ ਦੀ ਕਿਤੇ ਵੀ ਗੱਲ ਨਹੀਂ ਹੋ ਰਹੀ। ਇਹ ਕਿਤੇ ਨਾ ਕਿਤੇ ਇਹਨਾਂ ਮੁੱਦਾ ਜਿਹੜੇ ਕਿਸਾਨਾਂ ਦੇ ਨਾਲ ਕਿ ਮਜ਼ਦੂਰਾਂ ਦੇ ਮਸਲੇ ਆ ਜਿਹੜੇ, ਉਹ ਵੀ ਤਾਂ ਬਰਾਬਰ ਉਭਾਰਨੇ ਚਾਹੀਦੇ। ਕਿੱਥੇ ਘਾਟ ਰੱਖਦੀ ਹੈ ਤੁਹਾਨੂੰ ਲੱਗਦਾ? ਦੇਖੋ, ਗੱਲ ਇਹ ਆ ਕਿ ਹਾਲੇ ਜਿਹੜਾ ਸਾਰਾ ਹੀ ਮਜ਼ਦੂਰਾਂ ਦਾ ਵੀ ਧਿਆਨ ਆ ਉਹ ਸਿਰਫ ਕਿਸਾਨ ਮੂਵਮੈਂਟ 'ਤੇ ਆ। ਅਸੀਂ ਮੈਂ ਟ੍ਰੇਡ ਯੂਨੀਅਨਿਸਟ ਵੀ ਹਾਂ, ਅਤੇ ਸਾਡੀ ਜਿਹੜੀ ਆਲ ਇੰਡੀਆ ਦੀ ਆਰਗੇਨਾਈਜੇਸ਼ਨ C2 ਆ, ਉਹ ਲਗਾਤਾਰ ਕਹਿ ਰਹੀ ਆ ਕਿ ਅਸੀਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਿਹੜੀ ਹੈਗੀ ਆ, ਜਿਹੜੇ ਕਾਲੇ ਕਾਨੂੰਨ ਬਣਾਏ ਆ ਮਜ਼ਦੂਰਾਂ ਦੇ ਖਿਲਾਫ ਵੀ, ਕਿਸਾਨਾਂ ਦੇ ਖਿਲਾਫ ਵੀ, ਉਹਦੇ ਖਿਲਾਫ ਲੜਾਈ ਦੇਣੀ ਆ। ਉਹ ਲੜਾਈ ਜਿਹੜੀ ਕਿਸਾਨਾਂ ਨੇ ਤੋਰੀ ਹੋਈ ਆ, ਇਹ ਆਗਾਜ਼ ਕਰ ਦਿੱਤਾ ਏ, ਅਤੇ ਇਹ ਆਗਾਜ਼ ਆ। ਹਾਲੇ ਇਹਨਾਂ ਨੂੰ ਬਹੁਤ ਨਸ਼ਾ ਏ, ਇਹ ਆਇੰਦਾ ਸਮੇਂ ਦੇ ਵਿੱਚ ਉਤਰੂਗਾ ਵੀ, ਜਿਹੜੀ ਮਤਲਬ BJP ਹੈਗੀ ਆ। ਹੁਣ ਜਿਹੜਾ ਕਿਸਾਨ ਲੜਾਈ ਲੜ ਰਿਹਾ ਹੈ, ਇਹ ਕਿਸਾਨ ਇਕੱਲੀ ਆਪਣੀ ਲੜਾਈ ਨਹੀਂ ਲੜ ਰਿਹਾ, ਇਹ ਮਜ਼ਦੂਰਾਂ ਦੇ ਜਿਹੜੇ ਰੀਪੀਲ ਹੋਏ ਹੈਗੇ ਨੇ ਕਾਨੂੰਨ ਆ, ਜਿਨ੍ਹਾਂ ਨੂੰ ਤੋੜ ਕੇ ਇਹਨਾਂ ਨੇ 4 ਕੋਡਾਂ ਦੇ ਵਿੱਚ ਬਣਾਤਾ। ਜਿਹੜੇ 4 ਕੋਡ ਆ ਉਹ ਬਹੁਤ ਜ਼ਿਆਦਾ ਮਜ਼ਦੂਰ ਵਿਰੋਧੀ ਆ। ਵੀ ਇੰਨੇ % ਜਿਹੜੇ ਲੋਕ ਆ, ਜੇ ਉਹ ਹੋਣਗੇ 50% ਲੋਕ ਹੋਣਗੇ ਟੋਟਲ ਜਿਹੜੀ ਉੱਥੇ ਕੰਮ ਕਰਦੀ ਸਟਰੈਂਥ ਆ ਮਜ਼ਦੂਰਾਂ ਦੀ, ਅਤੇ ਉਹਦੇ ਬਿਨਾਂ ਕੋਈ ਮਜ਼ਦੂਰ ਯੂਨੀਅਨ ਨਹੀਂ ਬਣਾ ਸਕਦਾ। ਇਹਦੇ ਬਿਨਾਂ ਬੜੀ ਕਾਨੂੰਨ ਜਿਹੜੇ ਹੋ ਗਿਆ। ਹੁਣ ਜਿਹੜਾ ਸਾਡੀ ਜਿਹੜੀ ਇੱਕ ਮਤਲਬ ਨਿਸ਼ਾਨਾ ਹੈਗਾ, ਸਾਡਾ ਇੱਕ ਨਿਸ਼ਾਨਾ ਹੈਗਾ, ਉਹ
ਸਿਰਫ ਕਿਸਾਨੀ ਦੇ 3 ਜਿਹੜੇ ਕਾਨੂੰਨ ਆ ਉਹਨਾਂ ਨੂੰ ਰੱਦ ਰੀਪੀਲ ਕਰਾਉਣਾ ਹੈਗਾ। ਹੂੰ। ਤੇ ਉਹਦੇ ਲਈ ਮਜ਼ਦੂਰ ਆ ਜਿਹੜਾ ਅੱਜ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਹੂੰ। ਹੁਣ ਰਹੀ ਗੱਲ ਇਹ ਵੀ ਹੁਕੂਮਤ ਨੂੰ ਨਸ਼ਾ ਬਹੁਤ ਆ, ਉਹ ਕਹਿੰਦੀ ਆ ਵੀ ਇਹਨਾਂ ਨੂੰ ਥਕਾ ਦਈਏ ਅਸੀਂ, ਹੂੰ। ਵੀ ਲੜਨ ਦੋ ਇਹਨਾਂ ਨੂੰ, ਕਿੰਨਾ ਚਿਰ ਲੜਦੇ ਆ। ਹੂੰ। ਤੇ ਉਹ ਗੱਲਾਂ ਜਿਹੜੀਆਂ ਹੈਗੀਆਂ ਇਹ ਦੋਵਾਂ ਧਿਰਾਂ ਦੇ ਵਿੱਚ, ਇੱਕ ਪਾਸੇ ਕੂੜ ਦੀ ਲੜਾਈ ਆ, ਜਿਹੜੀ ਕੂੜ ਦੇ ਖਿਲਾਫ ਲੜਾਈ ਲੜੀ ਜਾ ਰਹੀ ਆ, ਇੱਕ ਪਾਸੇ ਹੱਕ ਤੇ ਸੱਚ ਦੀ ਲੜਾਈ ਲੜੀ ਜਾ ਰਹੀ ਆ। ਹੁਣ ਹੱਕ ਤੇ ਸੱਚ ਦੀ ਲੜਾਈ ਜਿਹੜੀ ਬਹੁਤ ਸਮਿਆਂ ਦੇ ਬਾਅਦ, ਜਿਹੜੀ 1914-15 ਦੇ ਬਾਅਦ ਜਿਹੜੀ ਕਿਤੇ ਮੂਵਮੈਂਟ ਚੱਲੀ ਸੀ, ਚੰਪਾਰਨ ਦੀ, ਖੇੜਾ ਮੂਵਮੈਂਟ, ਨੀਲ ਖੇਤੀ ਦੀ ਮੂਵਮੈਂਟ ਸੀ, ਉਹ ਸਾਰੀ ਤੇਲੰਗਾਨਾ ਮੂਵਮੈਂਟ ਸੀ, ਇਹ ਸਾਰੀਆਂ ਮੂਵਮੈਂਟਾਂ ਜਿਹੜੀਆਂ ਲੜੀਆਂ ਕਿਸਾਨਾਂ ਨੇ, ਉਹਨਾਂ ਨੂੰ ਬੂਰ ਹੁਣ ਪਿਆ ਹੈ ਕਿ ਜਿਹੜੀ ਭਾਰਤ ਦੀ ਕਿਸਾਨੀ ਆ ਉਹ ਇੱਕ ਪਲੇਟਫਾਰਮ ਤੇ ਆ ਕੇ ਲੜ ਰਹੀ ਆ। ਬਿਲਕੁਲ। ਤੇ ਬੜੀ ਗੱਲ ਇਹ ਆ ਵੀ ਜਿੱਥੇ ਇੱਕ ਕਿਸਾਨ ਯੂਨੀਅਨ ਹੁੰਦੀ ਸੀ ਜਿਹੜੀ ਵੱਖ-ਵੱਖ ਉਹਨਾਂ ਤੇ ਖੇਤਰਾਂ ਦੇ ਵਿੱਚ ਵੰਡੀ ਹੋਈ ਸੀ, ਖੇਤਰਾਂ ਦੇ ਵਿੱਚ ਵੱਖ-ਵੱਖ ਕਈ ਯੂਨੀਅਨਾਂ ਦੇ ਵਿੱਚ ਵੰਡੀ ਹੋਈ ਸੀ। ਪੰਜਾਬ ਦੇ ਵਿੱਚ 32 ਕਿਸਾਨ ਯੂਨੀਅਨਾਂ ਆਉਂਦੀਆਂ, ਉਹਨਾਂ ਨੂੰ ਇੱਥੇ ਤੁਹਾਡੇ ਕਿਸਾਨ ਭਵਨ ਦੇ ਵਿੱਚ ਇਕੱਠੇ ਕਰਕੇ ਇੱਕ ਜਗ੍ਹਾ ਖੜੇ ਕਰਤਾ, ਸੰਯੁਕਤ ਕਿਸਾਨ ਮੋਰਚਾ ਬਣਾਇਆ। ਇਹ ਵੱਡੀ ਲੜਾਈ ਆ। ਹੁਣ ਇਸ ਤਾਕਤ ਨੂੰ ਜਿਹੜੀ ਸੈਂਟਰ ਦੀ ਬੀਜੇਪੀ ਸਰਕਾਰ ਆ ਉਹ ਹਲੇ ਸਮਝ ਨਹੀਂ ਰਹੀ। ਉਹ ਹਲੇ ਸਮਝ ਨਹੀਂ ਰਹੀ। ਆਇੰਦਾ ਸਮੇਂ ਦੇ ਵਿੱਚ ਜਿਹੜੀਆਂ ਇਹ ਘੋਲ ਆ ਹੋਰ ਤਿੱਖੇ ਹੋਣੇ ਆ। ਤਿੱਖੇ ਹੋਣ ਦਾ ਕਾਰਨ ਕੀ ਆ? ਤੁਸੀਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ। ਲੋਕਾਂ ਨੂੰ ਤੁਸੀਂ ਜਿਹੜਾ ਬਾਂਹ ਫੜਨੀ ਸੀ ਕੋਵਿਡ ਦਾ 19 ਦੀ ਕਰਕੇ, ਕੋਵਿਡ-19 ਦੀ ਕਰਕੇ, ਉਹਨਾਂ ਦਿਨਾਂ ਦੇ ਵਿੱਚ ਮਜ਼ਦੂਰ ਤੁਹਾਡਾ ਜਿੱਥੇ ਬੈਠਾ ਉੱਥੇ ਭੁੱਖਾ ਮਰ ਰਿਹਾ। ਜੇ ਉਹ ਘਰਾਂ ਨੂੰ ਜਾਂਦਾ ਪੈਦਲ ਜਾ ਰਿਹਾ, ਸੈਂਕੜੇ ਮਜ਼ਦੂਰ, ਹਜ਼ਾਰਾਂ ਮਜ਼ਦੂਰ ਉੱਥੇ ਰਸਤਿਆਂ ਦੇ ਵਿੱਚ ਮਰ ਜਾਂਦੇ ਆ। ਉਹਨਾਂ ਦੇ ਲਈ ਤੁਸੀਂ ਕੋਈ ਕਾਨੂੰਨ ਨਹੀਂ ਬਣਾਉਂਦੇ। ਤੇ ਜਿਹੜੇ ਬੇਰੁਜ਼ਗਾਰਾਂ ਦਾ 2 ਕਰੋੜ ਦਾ ਤੁਸੀਂ ਕਹਿੰਦੇ ਸੀ ਵੀ ਅਸੀਂ ਹਰ ਸਾਲ ਦੇਵਾਂਗੇ, ਉਹ ਸਾਰੇ ਇਹਨਾਂ ਸਮਿਆਂ ਦੇ ਦੌਰਾਨ ਬੇਰੁਜ਼ਗਾਰ ਹੋ ਕੇ ਬੈਠੇ ਆ, ਨਵੀਆਂ ਰੋਜ਼ਗਾਰ ਨਹੀਂ ਪੈਦਾ ਕਰ ਰਹੇ। ਇਸ ਕਰਕੇ ਇਹ ਜਿਹੜੀ ਰਿਜੈਂਟਮੈਂਟ ਹੈਗੀ ਆ ਉਹ ਮਤਲਬ ਲੋਕਾਂ ਦੀ ਲਾਵਾ ਬਣ ਕੇ ਫਟੀ ਹੋਈ ਆ। ਇਹ ਹੁਣ ਲਾਵਾ ਪੂਰੇ ਭਾਰਤ ਦੇ ਵਿੱਚ ਫੈਲੂਗਾ। ਇਸ ਕਰਕੇ ਇਹਨਾਂ ਦੇ ਦਿਨ ਜਿਹੜੇ ਚੰਗੇ ਦਿਨ ਤੇ ਹੁਣ ਮਾੜੇ ਆਉਣ ਵਾਲੇ। ਹਾਂ, ਸ਼ੁਰੂਆਤ ਹੋ ਚੁੱਕੀ ਆ ਕਿ 2024 ਤੱਕ ਜਾਣੀ ਕਿ ਜਿਹੜੀ ਸਰਕਾਰ ਆ ਉਹ ਆਪਣੇ ਗਲਤੀਆਂ ਦੇ ਕਾਰਨ ਇੱਕ ਨਾ ਇੱਕ ਦਿਨ ਜਿਹੜੀ ਕਿ ਉਹਦਾ ਜਿਹੜਾ ਬੋਰੀ ਬਿਸਤਰਾ ਉਹ ਗੋਲ ਹੋ ਜਾਊਗਾ। ਦਰਸ਼ਕੋ, ਸਾਨੂੰ ਜਿਹੜਾ ਸਮਾਂ ਉਹ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਦੇਖ ਰਹੇ ਆ ਸਪੈਸ਼ਲ ਰਿਪੋਰਟ, ਮੇਰੇ ਨਾਲ ਨੇ ਹਰਨਾਮ ਸਿੰਘ ਡੱਲਾ, ਤੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਭਖਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV ਤੇ ਮੈਨੂੰ ਦਿਓ ਇਜਾਜ਼ਤ। ਥੈਂਕ ਯੂ।